ਪਾਸੇ ਨੂੰ ਆ ਜਾਈਏ। ਅੰਦੋਲਨ ਚੱਲਦਾ ਦੇਖੋ 100 ਦਿਨ ਹੋ ਗਏ। ਜਿਸ ਦਿਨ ਸ਼ੰਭੂ ਵਾਲਾ ਬਾਰਡਰ ਟੱਪ ਕੇ ਦਿੱਲੀ ਵਾਲੇ ਪਾਸੇ ਨੂੰ ਪੁੱਜੇ ਸੀ ਤਾਂ ਕਿਸਾਨਾਂ ਕਿਹਾ ਸੀ 2 ਦਿਨ ਰੁਕਾਂਗੇ। ਕੁਝ ਸਰਕਾਰ ਦੀ ਮੋਹਰਿਓਂ ਮੇਜ਼ਬਾਨੀ ਲਾ ਲਓ, ਉਹਨਾਂ ਦੀ ਮਹਿਮਾਨ ਨਵਾਜ਼ੀ ਲਾ ਲਓ, ਜਿੱਦਾਂ ਉਹਨਾਂ ਨੇ ਐਨ ਫੁੱਲ ਸਿੱਟ ਕੇ ਸਵਾਗਤ ਕੀਤਾ ਸੀ ਕਿ ਆਓ, ਜਾਣ ਹੀ ਨਹੀਂ ਦੇਣੇ। ਹੁਣ 100 ਦਿਨ ਮੁਕੰਮਲ ਹੋ ਗਏ। 100 ਦਿਨਾਂ ਦੇ ਵਿੱਚ 26 ਜਨਵਰੀ ਵੀ ਲੰਘੀ, 7 ਜਨਵਰੀ ਵੀ ਲੰਘੀ ਸੀ, ਜਿੱਦਣ KMP ਦੇ ਉੱਤੇ ਟਰੈਕਟਰਾਂ ਦੀ ਪਰੇਡ ਜਿਹੜੀ ਕੀਤੀ ਗਈ ਸੀ। ਨਵਾਂ ਸਾਲ ਵੀ ਇੱਥੇ ਮਨਾਇਆ। ਗੁਰੂ ਸਾਹਿਬਾਨ ਦੀਆਂ ਯਾਦਾਂ ਵੀ ਐਤਕੀ ਇੱਥੇ ਹੀ ਮਨਾਈਆਂ ਗਈਆਂ। ਵਿਮਨ ਡੇ, ਯੂਥ ਦਿਵਸ, ਹੋਰ ਬਹੁਤ ਸਾਰੇ ਵੱਖ-ਵੱਖ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਦਿਨ ਮਨਾਏ ਗਏ ਤੇ ਬੜੀ ਚੜ੍ਹਦੀ ਕਲਾ 'ਚ ਮਨਾਏ ਗਏ। ਹੁਣ ਦੇਖੋ 100 ਦਿਨ ਮੁਕੰਮਲ ਹੋ ਗਏ। ਠੰਡੀਆਂ ਤੱਤੀਆਂ ਹਵਾਵਾਂ ਨਾਲੋਂ ਨਾਲ ਚੱਲਦੀਆਂ। ਕਦੇ ਲੱਗਦਾ ਸੀ ਅੰਦੋਲਨ ਥੱਲੇ ਚਲੇ ਗਿਆ, ਕਦੇ ਉੱਪਰ ਚਲੇ ਗਿਆ, ਪਰ ਸਰਕਾਰ ਦੇ ਨਾਲ ਗੱਲਬਾਤ ਟੁੱਟੀ ਹੋਈ ਹੈ। ਹੁਣ ਜੇ 100 ਦਿਨਾਂ ਦੇ ਅੰਦੋਲਨ ਤੋਂ ਬਾਅਦ ਲੋਕਾਂ ਦੀ ਭਾਈਚਾਰਕ ਏਕਤਾ ਦੇਖੀਏ ਤਾਂ ਸੀਨਾ ਚੌੜਾ ਹੁੰਦਾ। ਦੂਸਰੇ ਪਾਸੇ ਜੇ ਗੱਲ ਕਿਸੇ ਬੰਨੇ ਕੰਢੇ ਲੱਗਦੀ ਨਾ ਦੇਖੀਏ ਤਾਂ ਕਈ ਵਾਰੀ ਲੋਕ ਬੇਆਸੇ ਵੀ ਹੋ ਜਾਂਦੇ ਆ। ਭਾ ਨੂੰ ਕੀ ਲੱਗਦਾ ਹੈ? WhatsApp ਦੇਖੋ, ਗੱਲ ਇਹ ਆ ਵੀ ਇਹ ਗੱਲ ਸਹੀ ਆ ਤੁਹਾਡੀ ਕਿ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਪਿਛਲੇ 3 ਕੁ ਮਹੀਨਿਆਂ ਦੇ ਸਫ਼ਰ 'ਚ ਦੇਖੀਆਂ ਸੁਣੀਆਂ ਨੇ। ਪਰ ਜੇ ਮੈਂ ਇਹ ਕਹਾਂ ਕਿ ਵੀ ਇਸ ਵਕਤ ਕਿਸਾਨੀ ਅੰਦੋਲਨ ਜੇ ਇੰਨਾ ਚਿਰ ਹੋ ਗਿਆ ਬੈਠਿਆਂ ਨੂੰ, ਸਰਕਾਰ ਸੁਣਦੀ ਨਹੀਂ ਆ, ਤਾਂ ਮੈਨੂੰ ਲੱਗਦਾ ਕਿ ਏਡੀ ਤਾਂ ਕੋਈ ਗੱਲ ਹੈ ਹੀ ਨਹੀਂ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਵੰਬਰ 26-27 ਦੀ, ਜਦੋਂ ਕਿ ਇੱਥੋਂ ਤੁਰਿਆ ਸੀ ਕਿਸਾਨੀ ਅੰਦੋਲਨ, ਤਾਂ ਉਦੋਂ ਉਹਨਾਂ ਨੇ ਕਿਹਾ ਸੀ ਵੀ 6 ਮਹੀਨੇ ਦਾ ਰਾਸ਼ਨ ਟਰਾਲੀ 'ਚ ਪਿਆ ਤੇ ਆਪਾਂ ਐਡੀ ਛੇਤੀ ਮੁੜਨ ਵਾਲੇ ਹੈ ਨਹੀਂ। ਹੁਣ ਜੇ ਆਪਾਂ 6 ਮਹੀਨੇ ਲਾਉਣ ਬਹਿ ਜਾਈਏ ਤੇ 180 ਦਿਨ ਬਣਦੇ ਆ, ਤੇ 180 ਦੇ ਹਿਸਾਬ ਨਾਲ ਤਾਂ ਜੇ ਫਿਰ 100ਵਾਂ ਦਿਨ ਹੋਇਆ, ਅਜੇ 80 ਦਿਨ ਹੋਰ ਤਾਂ ਪਹਿਲੀ ਕਾਲ ਦੇ ਬਚੇ ਆ। ਤੇ ਫਿਰ ਮੈਨੂੰ ਲੱਗਦਾ ਨਹੀਂ ਹੈ ਕਿ ਵੀ ਅਜੇ ਕੋਈ ਏਡੀ ਦਿਲ ਛੱਡਣ ਵਾਲੀ ਗੱਲ ਹੈ। ਆਪਾਂ ਤਾਂ ਇਹ ਕਹਿ ਸਕਦੇ ਹਾਂ ਕਿ ਵੀ ਉਹਨਾਂ ਦੀ ਦਿੱਤੀ ਹੋਈ ਕਾਲ ਦੇ ਹਿਸਾਬ ਨਾਲ ਅਜੇ ਅੱਧ 'ਚ ਆਇਆ ਖੇਤੀ ਅੰਦੋਲਨ। ਤੇ ਅਜੇ ਅੱਧ 'ਚ ਆਏ ਖੇਤੀ ਅੰਦੋਲਨ ਦੇ ਵਿੱਚ ਜੇ ਚਰਚਾ ਪੂਰੇ ਦੇਸ਼ ਦੇ ਨਾਲ ਪੂਰੀ ਦੁਨੀਆ 'ਚ ਹੋਣ ਲੱਗ ਪਈ ਤੇ ਫਿਰ ਆਪਾਂ ਇਹਨੂੰ ਕਾਮਯਾਬੀ ਕਹਾਂਗੇ, ਹੋਰ ਕੀ ਕਹਾਂਗੇ? ਨਹੀਂ, ਬਿਲਕੁਲ ਸੰਧਾਲੀਆ ਸਾਹਿਬ, ਕਾਮਯਾਬੀ ਤਾਂ ਇੱਕ ਤੋਂ ਬਾਅਦ ਇੱਕ ਢੇਰਾਂ ਬੜੇ ਸੱਜਣ ਹੁੰਦੇ ਆ ਜਿਨ੍ਹਾਂ ਦੇ ਮਨ 'ਚ ਤੌਖਲਾ ਹੁੰਦੇ ਆ। ਬਹੁਤ ਸਾਰੇ ਬਜ਼ੁਰਗ ਪੁੱਛਦੇ ਆ ਜਦੋਂ ਕਿਤੇ ਟੱਕਰਦੇ ਆ, ਫਿਰ ਪੁੱਤ ਫਿਰ ਕੀ ਬਣੂਗਾ ਜਿਹੜੇ ਕਿਸਾਨ ਦਿੱਲੀ ਬੈਠੇ ਆ, ਫਿਰ ਉਧਰ ਪੁੱਤ ਕੀ ਬਣੂਗਾ, ਉਹਨਾਂ ਦਾ ਕੁਝ ਬਣੂਗਾ ਕਿ ਨਹੀਂ ਬਣੂਗਾ, ਉਹ ਵਿਚਾਰੇ ਘਰ ਨੂੰ ਜਾਣਗੇ ਕਿ ਨਹੀਂ ਜਾਣਗੇ। ਫਿਰ ਉਹ ਹੌਕਾ ਜਿਹਾ ਲੈ ਕੇ ਇਹ ਵੀ ਕਹਿੰਦੇ ਆ, ਦੇਖੋ ਜੀ ਜਿਹੜਾ 250 ਜੀ ਚਲਾ ਗਿਆ ਆਪੋ ਆਪਣੇ ਪਰਿਵਾਰਾਂ ਦੇ ਵਿੱਚੋਂ ਦੂਸਰੀ ਦੁਨੀਆ ਦੇ ਵਿੱਚ, ਉਹਨਾਂ ਵਿਚਾਰੇ ਪਰਿਵਾਰਾਂ ਦਾ ਕੀ ਬਣੂਗਾ। ਬਹੁਤ ਸਾਰੀ ਹਮਦਰਦੀ ਆਮ ਲੋਕਾਂ ਦੀ ਵਿਦੇਸ਼ਾਂ ਦੇ ਵਿੱਚੋਂ ਵੀ, ਦੇਸ਼ ਦੇ ਵਿੱਚੋਂ ਵੀ ਉਹਨਾਂ ਕਿਸਾਨਾਂ ਦੇ ਨਾਲ ਹੈਗੀ ਹੈ, ਕਿਸਾਨਾਂ ਦੇ ਹਮਦਰਦਾਂ ਦੇ ਨਾਲ ਹੈਗੀ ਹੈ ਜਿਹੜੇ ਦਿੱਲੀ ਬੈਠੇ ਨੇ। ਹੁਣ ਸੰਧਾਲੀਆ ਸਾਹਿਬ ਦੇਖੋ, ਜੇ ਆਪਾਂ ਮੋਟੇ ਤੌਰ ਦੇ ਉੱਤੇ ਇੱਕ ਪ੍ਰਾਪਤੀ ਹੀ ਲੈ ਕੇ ਚੱਲੀਏ ਨਾ, 100 ਦਿਨਾਂ ਦੇ ਵਿੱਚ ਲੱਖ ਯਤਨ ਹੋਏ ਨੇ। ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਹੁਣ ਵੀ ਚਰਚਾ ਚੱਲੀ ਹੈ SYL ਦੇ ਪਾਣੀ ਦੀ, ਹਰਿਆਣੇ ਦੇ ਪਾਣੀ ਦੀ। 20 ਵਾਰੀ ਰੌਲਾ ਪਿਆ ਜੀ ਸਾਨੂੰ ਪਹਿਲਾਂ ਪਾਣੀ ਦਿਓ। ਇਹਦੇ ਬਾਵਜੂਦ ਵੀ ਪੰਜਾਬ ਤੇ ਹਰਿਆਣੇ ਦੇ ਲੋਕ ਇਕੱਠੇ ਬੈਠੇ ਆ। ਕਿਤੇ ਮਾਸੀ, ਚਾਚੀ, ਮਾਸੜ, ਚਾਚੇ ਵਰਗੇ ਰਿਸ਼ਤੇ ਜਿਹੜੇ ਇੱਕ ਦੂਸਰੇ ਦੇ ਨਾਲ ਜੁੜ ਗਏ ਆ। ਕੋਈ ਉਹਨਾਂ ਨੂੰ ਫਰਕ ਨਜ਼ਰ ਹੀ ਨਹੀਂ ਆਉਂਦਾ ਕਿ ਭਾਈ ਕਿਸੇ ਤਰ੍ਹਾਂ ਦਾ ਹੈਗਾ। ਇਹ ਆਪਣੇ ਆਪ 'ਚ ਅੰਦੋਲਨ ਦੀ ਪ੍ਰਾਪਤੀ ਹੈ। ਦੂਸਰਾ, ਹੁਣ 8 ਤਰੀਕ ਨੂੰ, 2-3 ਦਿਨ ਬਾਅਦ ਹੀ 8 ਹੈ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਡਿਬੇਟ ਹੋਣੀ ਆ, ਜਿਹੜੀ ਬਹਿਸ ਹੋਣੀ ਆ ਕਿਸਾਨੀ ਮੁੱਦਿਆਂ ਤੇ ਮਨੁੱਖ ਦੇ ਹੱਕ ਹਕੂਕਾਂ ਦੇ ਉੱਤੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ ਤੇ, ਕਿਉਂਕਿ 1 ਲੱਖ ਲੋਕਾਂ ਨੇ ਉਸ ਪਟੀਸ਼ਨ ਦੇ ਉੱਤੇ ਦਸਤਖਤ ਕੀਤੇ ਆ। ਇੰਗਲੈਂਡ ਦੇ 1 ਲੱਖ ਲੋਕਾਂ ਨੇ। ਜੇ ਇਸ ਪਟੀਸ਼ਨ ਦੇ ਰਾਹੀਂ ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਚਰਚਾ ਹੋਏਗੀ। ਤਰਮਨਜੀਤ ਸਿੰਘ ਢੇਸੀ ਤੇ ਇੱਕ ਹੋਰ ਮੈਂਬਰ ਪਾਰਲੀਮੈਂਟ ਬੀਬੀ ਜੀ ਨੇ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਹੈ ਕਿ 8 ਤਰੀਕ ਦਾ ਦਿਨ ਨਿਰਧਾਰਤ ਹੋ ਗਿਆ। ਸੰਧਾਲੀਆ ਸਾਹਿਬ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਕੋਈ ਬੰਦਾ ਬੇਲੋੜਾ ਦਖਲ ਦੇਵੇ। ਦੇਸ਼ ਦੀ ਬਦਨਾਮੀ ਵੀ ਕੋਈ ਬੰਦਾ ਨਹੀਂ ਚਾਹੁੰਦਾ, ਝੰਡਾ ਉੱਚਾ ਹੀ ਚਾਹੁੰਦਾ ਹੈ। ਪਰ ਆ ਜਿਸ ਤਰੀਕੇ ਦੇ ਨਾਲ ਇੱਕ ਦੂਸਰੇ ਮੁਲਕ ਦੇ ਵਿੱਚੋਂ 1 ਲੱਖ ਲੋਕਾਂ ਨੇ ਪਟੀਸ਼ਨ ਦੇ ਉੱਤੇ ਦਸਤਖਤ ਕੀਤੇ ਕਿ ਭਾਈ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ। ਦਿੱਲੀ 'ਚ ਬੈਠੇ ਲੋਕ ਭਾਵੇਂ ਠੰਡ 'ਚ ਠਰੇ ਨੇ, ਦਿੱਲੀ 'ਚ ਬੈਠੇ ਲੋਕਾਂ ਨੇ ਭਾਵੇਂ ਗਰਮੀ ਦੀਆਂ ਲੂੰ ਦੀਆਂ ਜਿਹੜੀਆਂ ਹਵਾਵਾਂ ਨੇ, ਉਸ ਗਰਮੀ ਦੀਆਂ ਲੂੰ ਦੀਆਂ ਹਵਾਵਾਂ ਨੂੰ ਆਪਣੇ ਪਿੰਡੇ ਦੇ ਉੱਤੇ ਝੱਲਣਾ ਹੈ। ਜਦੋਂ ਪੱਤਾ ਨਹੀਂ ਹਿੱਲਦਾ ਹੁੰਦਾ ਨਾ, ਉਸ ਤਰ੍ਹਾਂ ਦੀ ਗਰਮੀ ਨੂੰ ਉਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਸਹਿਣ ਕਰਨਾ। ਪਰ ਜਦੋਂ ਕਦੇ ਆਸਟ੍ਰੇਲੀਆ ਦੇ ਵਿੱਚ, ਕਦੇ ਇੰਗਲੈਂਡ ਦੇ ਵਿੱਚ, ਕਦੇ ਭਾਰਤ ਦੇ ਵਿੱਚ ਇਸ ਮੁੱਦੇ ਦੀ ਸਿਖਰਲੀ ਚਰਚਾ ਹੁੰਦੀ ਆ ਤਾਂ ਫਿਰ ਉਹਨੂੰ ਆਪਾਂ ਪ੍ਰਾਪਤੀ ਨਾ ਆਖੀਏ ਤਾਂ ਹੋਰ ਕੀ ਆਖੀਏ? ਇਹ ਬਿਲਕੁਲ ਪ੍ਰਾਪਤੀ ਆਖ ਸਕਦੇ ਹਾਂ। WhatsApp ਇੱਥੇ ਇੱਕ ਚੀਜ਼ ਆਪਾਂ ਹੋਰ ਜ਼ਿਕਰ ਕਰ ਦਈਏ। ਬਹੁਤ ਵਾਰ ਭਾਰਤ 'ਚ ਰਹਿਣ ਵਾਲੇ ਇੱਕ ਪਾਰਟੀਕੂਲਰ ਪਾਰਟੀ ਦੇ ਨਾਲ ਜੁੜੇ ਹੋਏ ਲੀਡਰ ਸਾਹਿਬਾਨ ਜਿਹੜੇ ਨੇ, ਉਹ ਇਸ ਚੀਜ਼ ਦੇ ਉੱਪਰ ਇਤਰਾਜ਼ ਕਰਦੇ ਆ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਵਿਦੇਸ਼ੀ ਲੋਕ ਦਖਲ ਕਿਉਂ ਦਿੰਦੇ ਨੇ। ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੁੰਦੇ ਨੇ ਉਹ ਕਿਉਂ ਹੁੰਦੇ ਨੇ। ਇਹ ਇੱਕ ਤਰ੍ਹਾਂ ਦੀ ਦੇਸ਼ ਦੀ ਬਦਨਾਮੀ ਹੈ।
ਹੁਣ ਜੇ ਮੇਰੇ ਖਿਆਲ ਨਾਲ ਉਸ ਚੀਜ਼ ਨੂੰ ਇੱਕ ਐਂਗਲ ਤੋਂ ਜਾਂ ਰਾਜਨੀਤੀ ਵਾਲੀਆਂ ਐਨਕਾਂ ਤੋਂ ਦੇਖਣਾ ਤੇ ਹੋ ਸਕਦਾ ਹੈ ਕਿ ਉਹ ਜਿਵੇਂ ਕਹਿੰਦੇ ਨੇ ਉਵੇਂ ਠੀਕ ਲੱਗਦਾ ਹੋਵੇ। ਇੱਕ ਪਿੰਡ ਦੀ ਉਦਾਹਰਨ ਦੇ ਲਓ, ਜੇ ਮੰਨ ਲਓ ਕਿਸੇ ਦੇ ਘਰ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਤੇ 2-4 ਘਰ ਛੱਡ ਕੇ ਜੇ ਉਹਦੀ ਚਰਚਾ ਹੋਵੇ, ਪਰ ਇਸ ਹੱਥ 'ਚ ਕਿਤੇ ਚਰਚਾ ਹੋਵੇ ਤੇ ਹਰੇਕ ਨੂੰ ਗੁੱਸਾ ਆਉਂਦਾ ਵੀ ਭਾਈ ਘਰ ਦੀਆਂ ਗੱਲਾਂ ਲੋਕੀ ਕਿਉਂ ਕਰਦੇ। ਪਰ ਗੱਲ ਇਹ ਹੈ ਵੀ ਇੱਥੇ ਘਰ ਦੀਆਂ ਗੱਲਾਂ ਲੋਕੀ ਨਹੀਂ ਕਰਦੇ ਪਏ, ਇੱਥੇ ਘਰ ਵਾਲੇ ਹੀ ਘਰ ਦੀਆਂ ਗੱਲਾਂ ਕਰਦੇ ਪਏ, ਕਿਉਂਕਿ ਕਾਰਨ ਇਹ ਹੈ ਕਿ ਜਿਸ ਧਰਤੀ ਦੀ ਇਸ ਵਕਤ ਆਪਾਂ ਗੱਲ ਕਰਦੇ ਪਏ ਹਾਂ, ਜਿੱਥੇ ਅੰਦੋਲਨ ਚੱਲਦਾ ਪਿਆ, ਤੇ ਖਾਸ ਕਰਕੇ ਇਹ ਜਿਹੜਾ ਕਿੱਤਾ ਹੈ ਕਿਸਾਨੀ ਦਾ ਜਾਂ ਖੇਤੀ ਦਾ, ਇਸ ਕਿੱਤੇ ਚੋਂ ਨਹੀਂ ਸੀ ਕੁਝ ਲੱਭਦਾ। ਇਸ ਕਿੱਤੇ ਨੇ ਬਿਲਕੁਲ ਖਤਮ ਕਰ ਦਿੱਤਾ ਸੀ ਤੇ ਲੱਗਦਾ ਸੀ ਕਿ ਪਹਿਲਾਂ ਬਾਪੂ ਤੋਂ ਬਾਅਦ ਫਿਰ ਗਾਂ ਅਗਲੀ ਪੀੜ੍ਹੀ ਤੇ ਫਿਰ ਗਾਂ ਉਹਨੂੰ ਅਗਲੀ ਪੀੜ੍ਹੀ, ਜੇ ਇੱਥੇ ਹੀ ਆਪਾਂ ਇੱਕ ਦੂਸਰੇ ਨਾਲ ਵੱਟਾਂ ਝਾੜਦੇ ਤੇ ਲੜਦੇ ਕੁੱਟਦੇ ਰਹਿ ਗਏ ਤੇ ਫਿਰ ਰੋਟੀ ਨਹੀਂ ਮਿਲਣੀ। ਫਿਰ ਰੋਟੀ ਦੀ ਭਾਲ ਦੇ ਵਿੱਚ ਉੱਥੋਂ ਆਪਣੀ ਉਸ ਧਰਤੀ ਨੂੰ, ਮਾਂ ਨੂੰ ਛੱਡ ਕੇ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਰਦੇਸੀ ਬਣੇ। ਉਹ ਪਰਦੇਸੀ ਹੋਇਆਂ ਨੂੰ ਥੋੜ੍ਹਾ ਜਿਹਾ ਇਉਂ ਜਾਪਣ ਲੱਗ ਪਿਆ ਵੀ ਚਲੋ ਉਹ ਜਾਣੇ ਸਾਡੀ ਉੱਥੇ ਮਾਂ ਮਿੱਟੀ ਹੈਗੀ ਆ, ਸਾਡਾ ਘਰ ਘਾਟ ਉੱਥੇ ਆ, ਜਿਹੜਾ ਕੋਈ ਕਰਜ਼ਾ ਹੈ ਜਾਂ ਜਿਹੜੀ ਕੋਈ ਕਹਿ ਲਓ ਘਾਟ ਹੈ ਉਹ ਇੱਧਰ ਵਿਦੇਸ਼ਾਂ 'ਚ ਮਿਹਨਤ ਮਜ਼ਦੂਰੀ ਕਰਕੇ ਅਸੀਂ ਪੂਰੀ ਕਰੀ ਜਾਂਦੇ ਹਾਂ ਤੇ ਉਹ ਜਾਣੇ ਰੋਟੀ ਖਾਈ ਜਾਂਦੇ ਹਾਂ। ਇੱਕ ਹੋਂਦ ਹੈ ਸਾਡੀ ਜਿਹੜੀ ਕਿ ਬਚੀ ਹੋਈ ਹੈ। ਪਰ ਹੁਣ ਜਿਹੜੀ ਚਰਚਾ ਇਹ ਚੱਲਣ ਲੱਗ ਪਈ ਵੀ ਉਹ ਜਿਹੜੀ ਹੋਂਦ ਸੀ, ਜਿਹਨੂੰ ਪਿਛੋਕੜ ਤੁਸੀਂ ਕਹਿੰਦੇ ਸੀ, ਜਿਹਨੂੰ ਤੁਸੀਂ ਮਾਂ ਕਹਿੰਦੇ ਸੀ, ਉਹ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਤੁਹਾਨੂੰ ਉੱਥੇ ਨਾ ਲੱਭੇ। ਤੇ ਫਿਰ ਉਹ ਜਿਹੜਾ ਦੁੱਖ ਹੈ ਨਾ, ਉਸ ਦੁੱਖ ਨੂੰ ਸਮਝਣਾ ਚਾਹੀਦਾ। ਫਿਰ ਜੇ ਆਪਾਂ ਉਹ ਗੱਲਾਂ ਹੀ ਕਰੀ ਜਾਣੇ ਕਿ ਵਿਦੇਸ਼ਾਂ 'ਚ ਕਿਉਂ ਗੱਲ ਹੁੰਦੀ ਆ, ਫਲਾਨਾ ਕਿਉਂ ਚਰਚਾ ਕਰਦਾ, ਤੇ ਉਹ ਹੋ ਸਕਦਾ ਕਿ ਸਿੱਕੇ ਦਾ ਇੱਕ ਪਾਸਾ ਹੋਵੇ, ਪਰ ਸਿੱਕੇ ਦਾ ਦੂਸਰਾ ਪਾਸਾ ਇਹ ਹੈ ਕਿ ਵੀ ਇਹ ਲੋਕ ਜਿਹੜੇ ਕਿਸੇ ਵੀ ਦੇਸ਼ ਦੇ ਵਿੱਚ ਬੈਠ ਕੇ ਉਹਦੇ ਲਈ ਇਸ ਵਕਤ ਦੁੱਖ ਜ਼ਾਹਰ ਕਰਦੇ ਨੇ, ਇਹਨਾਂ ਦਾ ਦਿਲ ਪੁੱਛਿਆ ਜਾਣਦਾ ਕਿ ਜੋ ਕੁਛ ਇਸ ਵਕਤ ਹੋ ਰਿਹਾ ਉਹਦੇ ਲਈ ਕਿੰਨੇ ਦੁਖੀ ਨੇ। ਵਿਸ਼ਵਾਸ ਕਰਦੇ ਹਾਂ ਵੀ ਇਸ ਦਰਦ ਨੂੰ ਵੀ ਸਰਕਾਰ ਇਸ ਐਂਗਲ ਤੋਂ ਸਮਝ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦਾ ਕੋਈ ਨਾ ਕੋਈ ਪੋਜ਼ਿਟਿਵ ਹੱਲ ਕੱਢੂਗੀ। ਪਰ ਹਾਂ, ਜੇ ਆਪਾਂ ਇਹਨੂੰ ਇਦਾਂ ਹੀ ਦੇਖੀ ਜਾਣਾ ਵੀ ਫਲਾਨਾ ਮੁਲਕ ਗੱਲ ਨਾ ਕਰੇ, ਫਲਾਣੇ ਮੁਲਕ ਦੇ ਲੋਕ ਗੱਲ ਨਾ ਕਰਨ, ਫਿਰ ਤਾਂ ਇੱਕ ਪੋਲੀਟੀਕਲ ਲੜਾਈ ਆ, ਉਹ ਉੱਥੇ ਭਾਵੇਂ ਮਹੱਲੇ ਦੀਆਂ 2 ਪਾਰਟੀਆਂ ਲੜੀ ਜਾਣ ਤੇ ਭਾਵੇਂ 2 ਦੇਸ਼ਾਂ ਦੀਆਂ ਪਾਰਟੀਆਂ ਲੜੀ ਜਾਣ, ਉਹ 'ਚ ਕੋਈ ਫਰਕ ਤਾਂ ਹੈ ਨਹੀਂ। ਸੰਧਾਲੀਆ ਸਾਹਿਬ, ਅਸੀਂ ਇਸ ਤਰੀਕੇ ਦੇ ਨਾਲ ਨਿਖੜ ਕੇ ਤਾਂ ਰਹਿ ਹੀ ਨਹੀਂ ਸਕਦੇ। ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ਾਂ 'ਚ ਜਾਂਦੇ ਆ, ਜਦੋਂ ਬਾਕੀ ਮੰਤਰੀ ਸਾਹਿਬ ਜਾਂਦੇ ਆ, ਕਿਸੇ ਸਟੇਟ ਦੇ ਮੁੱਖ ਮੰਤਰੀ ਸਾਹਿਬ ਵਿਦੇਸ਼ਾਂ 'ਚ ਜਾਂਦੇ ਆ, ਉੱਥੇ ਜਾ ਕੇ ਇੱਕ ਬਹੁਤ ਵੱਡਾ ਇਕੱਠ ਅਕਸਰ ਹੁੰਦਾ ਪ੍ਰਵਾਸੀ ਭਾਰਤੀਆਂ ਦਾ ਇਕੱਠ, ਆਸਟ੍ਰੇਲੀਆ 'ਚ ਵਸਦੇ ਭਾਰਤੀਆਂ ਦਾ ਇਕੱਠ, US 'ਚ ਵਸਦੇ ਭਾਰਤੀਆਂ ਦਾ ਇਕੱਠ। ਉਹਨਾਂ ਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਵੱਖਰਾ ਸੰਬੋਧਨ ਕਰਦੇ, ਉਹਨਾਂ ਨੂੰ ਬਾਕੀ ਵੱਡੇ ਲੀਡਰ ਵੀ ਵੱਖਰਾ ਸੰਬੋਧਨ ਕਰਦੇ। ਫਿਰ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਜਾਂਦੀਆਂ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਨਵੈਸਟਮੈਂਟ ਕਰੋ, ਤੁਸੀਂ ਆਪਣੇ ਦੇਸ਼ ਦੇ ਵਿੱਚ ਆਹ ਕੰਮ ਕਰੋ, ਤੁਸੀਂ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਦਿਓ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਮਾਨਤਾ ਦਿੰਦੇ ਹਾਂ ਕਿ ਤੁਸੀਂ ਸਾਡੇ ਦੇਸ਼ ਦੇ ਨਾਲ ਸੰਬੰਧ ਰੱਖਦੇ ਹੋ ਜਾਂ ਰੱਖਦੇ ਰਹੇ ਹੋ, ਤੁਹਾਡਾ ਉਹਦੇ ਨਾਲ ਅਪਣੱਤ ਹੈਗੀ ਆ, ਤੁਹਾਡਾ ਉਹਦੇ ਨਾਲ ਮੋਹ ਹੈਗਾ, ਮੋਹ ਦੀਆਂ ਤੰਦਾਂ ਜੁੜੀਆਂ। ਇਸੇ ਕਰਕੇ ਉਹਨਾਂ ਨੂੰ ਕਹਿੰਦੇ ਨਾ ਕਿ ਭਾਈ ਤੁਸੀਂ ਆਪਦੀਆਂ ਜੜ੍ਹਾਂ ਦੇ ਨਾਲ ਜੁੜੋ, ਤੁਸੀਂ ਉੱਥੇ ਆ ਕੇ ਇਨਵੈਸਟਮੈਂਟ ਕਰੋ। ਅਸੀਂ ਉਹਨਾਂ ਤੋਂ ਉਮੀਦ ਤਾਂ ਕਿਸੇ ਆਪਣੇ ਤੋਂ ਰੱਖਦੇ ਹਾਂ। ਜੇ ਉਦੋਂ ਉਮੀਦ ਰੱਖਦੇ ਹਾਂ ਤੇ ਹੁਣ ਫਿਰ ਜੇ ਕਿਸੇ ਨੂੰ ਮਾੜਾ ਮੋਟਾ ਇਤਰਾਜ਼ ਆਏਗਾ ਕਿਸੇ ਮੁੱਦੇ ਦੇ ਉੱਤੇ, ਤਾਂ ਫਿਰ ਉਹ ਵੀ ਸਾਨੂੰ ਸਹਿਣ ਜਿਹੜਾ ਉਹ ਕਿਤੇ ਨਾ ਕਿਤੇ ਕਰਨਾ ਪਊਗਾ। ਹਾਂ, ਗਾਲਾਂ ਕੱਢਣ ਤੋਂ, ਅਪਸ਼ਬਦ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ, ਭਾਵੇਂ ਕੋਈ ਦੇਸ਼ 'ਚ ਬੈਠਾ ਭਾਵੇਂ ਵਿਦੇਸ਼ 'ਚ ਬੈਠਾ। ਤਰਕ ਦੇ ਨਾਲ ਗੱਲ ਹੋਵੇ, ਦੁਨੀਆ ਭਰ ਦੇ ਵਿੱਚ ਵਰਤਾਰੇ ਕੀ ਨੇ, ਦੁਨੀਆ ਭਰ ਦੇ ਵਿੱਚ ਕਿਹੜੇ ਮੁਲਕ ਦੇ ਵਿੱਚ ਕਿੱਦਾਂ ਦਾ ਕਾਨੂੰਨ ਹੈ, ਕਿੱਥੇ ਸਰਮਾਏਦਾਰੀ ਨੇ ਛੋਟਾ ਕਿਸਾਨ ਤੇ ਦੁਕਾਨਦਾਰ ਮਜ਼ਦੂਰ ਖਾ ਲਿਆ, ਉਹਦੀਆਂ ਉਦਾਹਰਨਾਂ ਹੋਣੀਆਂ ਚਾਹੀਦੀਆਂ, ਪਰ ਤੱਥ ਆਧਾਰਿਤ ਹੋਣੀਆਂ ਚਾਹੀਦੀਆਂ। ਹਾਂ, ਗਾਲਾਂ ਕੱਢ ਕੇ ਬੁਰਾ ਭਲਾ ਕਹਿ ਕੇ ਇੱਦਾਂ ਕੰਮ ਨਹੀਂ ਹੋਣਾ ਚਾਹੀਦਾ। ਖਾਸ ਤੌਰ ਤੇ ਆ ਵਿਦੇਸ਼ਾਂ ਦੇ ਵਿੱਚ ਹੁਣ ਜਿਹੜਾ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪ੍ਰਵਾਸੀ ਭਾਰਤੀਆਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਤੋਂ ਬਹੁਤ ਬਚ ਕੇ ਚੱਲੋ, ਕਿਉਂਕਿ ਮਸਲਾ ਆਮ ਲੋਕਾਂ ਦਾ ਹੈ, ਮਸਲਾ ਖੇਤੀ ਦਾ ਹੈ। ਉੱਥੇ ਕਿਸੇ ਧਰਮ ਫਿਰਕੇ, ਜਾਤੀ, ਸੂਬੇ, ਭਾਸ਼ਾ ਦਾ ਮਸਲਾ ਤਾਂ ਹੈ ਹੀ ਨਹੀਂ। ਸੋ ਉਹਦੇ ਤੋਂ ਥੋੜ੍ਹਾ ਜਿਹਾ ਬਚੀਏ। ਇੱਕ ਦੂਜੇ ਦੇ ਗਲ ਪੈਣ ਦੀ ਜਗ੍ਹਾ ਦੇ ਉੱਤੇ ਤਰਕ ਵਿਤਰਕ ਮਾੜਾ ਮੋਟਾ ਕਰ ਲਈਏ ਤਾਂ ਚੰਗਾ। ਹੁਣ ਸੰਧਾਲੀਆ ਸਾਹਿਬ, ਇੱਥੇ ਇੱਕ ਟਾਈਮਜ਼ ਮੈਗਜ਼ੀਨ ਜਿਹੜਾ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੈ, ਉਹਦੇ ਕਵਰ ਪੇਜ ਦੇ ਉੱਤੇ ਇੱਕ ਤਸਵੀਰ ਛਪੀ ਹੈ। ਤਸਵੀਰ ਕਿਸਾਨ ਮੁੱਦੇ ਦੇ ਉੱਤੇ ਅੰਦੋਲਨ ਕਰ ਰਹੀਆਂ ਔਰਤਾਂ ਦੇ ਨਾਲ ਸੰਬੰਧਿਤ ਹੈ। ਇਹ ਛੋਟੀ ਗੱਲ ਨਹੀਂ ਹੁੰਦੀ। ਸਾਡੇ ਬਹੁਤ ਸਾਰੇ ਲੀਡਰਾਂ ਦੀਆਂ ਜਦੋਂ ਇਸੇ ਮੈਗਜ਼ੀਨ ਦੇ ਵਿੱਚ ਫੋਟੋ ਛਪਦੀਆਂ ਤੇ ਉਦੋਂ ਚਰਚਾ ਠੋਕ ਕੇ ਹੁੰਦੀ ਹੈ। ਨੈਸ਼ਨਲ ਮੀਡੀਆ ਉਹ ਵੀ ਠੋਕ ਕੇ ਕਰਦਾ। ਦੇਖੋ ਜੀ, ਹੁਣ ਇਸ ਲੀਡਰ ਦਾ ਜ਼ਿਕਰ ਇਸ ਮੈਗਜ਼ੀਨ ਦੇ ਇਸ ਪੰਨੇ ਦੇ ਉੱਤੇ ਹੋਇਆ ਹੈ। ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ, ਉਧਰਲੇ ਪਾਸਿਓਂ 25 ਕੁ ਬੀਬੀਆਂ ਦਾ ਇੱਕ ਜੱਥਾ ਤੁਰਿਆ ਸੀ ਤੇ ਉਹਨਾਂ ਨੇ ਆਪਦੇ ਜਿਹੜੀ ਕਾਰਾਂ ਦੇ ਵਿੱਚ ਤੁਰੇ ਸੀ, ਉੱਥੇ ਕਿਸਾਨੀ ਦਾ ਝੰਡਾ ਵੀ ਲਾਇਆ ਸੀ, ਕੇਸਰੀ ਨਿਸ਼ਾਨ ਵੀ ਸੀ। ਹੁਣ ਕਿਸਾਨੀ ਦਾ ਝੰਡਾ ਦੇਖ ਕੇ ਪੁਲਿਸ ਨੇ ਅੱਗੇ ਨਹੀਂ ਜਾਣ ਦਿੱਤਾ, ਕਹਿੰਦੇ ਅਸੀਂ ਝੰਡਾ ਲਾਓ। ਉਹ ਬੀਬੀਆਂ ਕਹਿੰਦੀਆਂ ਅਸੀਂ ਨਹੀਂ ਲਾਉਂਦੀਆਂ, ਕਿਸਾਨੀ ਦਾ ਝੰਡਾ ਕਿਉਂ ਲਾਈਏ। ਚਲੋ, ਉਹਨਾਂ ਦੇ ਲਈ 2 ਹੀ ਆਪਸ਼ਨ ਸੀ, ਜਾਂ ਝੰਡਾ ਲਾ ਦਿਓ ਜਾਂ ਥਾਣੇ ਜਾਣਾ ਪੈਣਾ। ਉਹ ਥਾਣੇ ਗਈਆਂ ਬੀਬੀਆਂ, ਜਦੋਂ ਪੁਲਿਸ ਨਹੀਂ ਹਟੀ, ਇੱਕ 2 ਸਾਲ ਦੀ ਬੱਚੀ ਵੀ ਇੱਕ ਔਰਤ ਨੇ ਕੁੱਛੜ ਚੱਕੀ ਹੋਈ ਸੀ। ਇਹ ਤਸਵੀਰ ਉੱਥੋਂ ਦੀ ਹੈ। ਹੁਣ 2 ਸਾਲ ਦੀ ਬੱਚੀ ਦਾ ਆਪਣੀ ਮਾਂ ਦੇ ਨਾਲ ਥਾਣੇ ਜਾਣਾ ਤੇ ਇਸ ਮੁੱਦੇ ਤੇ ਲੈਣਾ ਕਿ ਕਿਸਾਨੀ ਦਾ ਝੰਡਾ ਲੱਗਾ ਹੋਇਆ,
ਅੱਜ ਜਦੋਂ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਪੱਧਰ ਦੇ ਉੱਤੇ ਮੀਡੀਆ ਕਵਰੇਜ ਮਿਲਦੀ ਹੈ, ਦੇਖੋ ਅਸੀਂ ਬਿਲਕੁਲ ਨਹੀਂ ਚਾਹੁੰਦੇ ਸਾਡੇ ਦੇਸ਼ ਦਾ ਮਾਣ ਤੇ ਸਤਿਕਾਰ ਉੱਪਰ ਨੂੰ ਜਾਣਾ ਚਾਹੀਦਾ, ਸਾਡੇ ਦੇਸ਼ ਦਾ ਝੰਡਾ ਹਮੇਸ਼ਾ ਉੱਚਾ ਰਹਿਣਾ ਚਾਹੀਦਾ। ਪਰ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਛਪਦੀਆਂ, ਇਸ ਤਰੀਕੇ ਦੀਆਂ ਜਾਣਕਾਰੀਆਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸਾਂਝੀਆਂ ਹੁੰਦੀਆਂ, ਤਾਂ ਕਿਤੇ ਨਾ ਕਿਤੇ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ ਕਿ ਭਾਈ ਆ ਕਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। WhatsApp ਵੈਸੇ ਇਹ ਸੇਮ ਇਨਸੀਡੈਂਟ ਦਿੱਲੀ ਦੇ ਵਿੱਚ ਜਦੋਂ ਸ਼ਹੀਨ ਬਾਗ ਵਾਲਾ ਧਰਨਾ ਲੱਗਿਆ ਸੀ ਤਾਂ ਉਦੋਂ ਵੀ ਹੋਇਆ ਸੀ। ਉਹ ਵਾਲੀ ਦਾਦੀ, ਉਹਦੀ ਫੋਟੋ ਵੀ ਇਸੇ ਤਰ੍ਹਾਂ ਇਸੇ ਮੈਗਜ਼ੀਨ ਦੇ ਵਿੱਚ ਛਾਪੀ ਗਈ ਸੀ ਫਰੰਟ ਪੇਜ ਦੇ ਉੱਪਰ, ਤੇ ਉਸੇ ਫੋਟੋ ਨੂੰ ਬਾਅਦ ਦੇ ਵਿੱਚ ਚੱਕ ਕੇ ਕੰਗਣਾ ਰਣੌਤ